मोर्चा गुरु का बाग की 100 साला शताब्दी मौके डॉक्टर सिमरनजीत कौर होरां ਵੱਲੋਂ लिखी गई किताब मोर्चा गुरु का बाग ਗੁਰਦੁਆਰਾ ਸਾਹਿਬ ਨਾਲ ਸਿੱਖਾਂ ਦੀਆਂ ਭਾਵਨਾਵਾਂ ਅਤੇ ਸਰੋਕਾਰ ਜੁੜੇ ਹੋਏ ਨੇ ਜੋ ਸਿੱਖ ਨੂੰ ਗੁਰੂ ਦੀ ਬਖਸ਼ਿਸ਼ ਸਦਕਾ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੇ ਨੇ। ਗੁਰਦੁਆਰਾ ਗੁਰੂ ਦਾ ਦਰ ਹੈ ਜਿੱਥੇ ਕੋਈ ਵੀ ਵਿਅਕਤੀ ਕਿਸੇ ਭੇਦਭਾਵ ਤੋਂ ਬਿਨਾਂ ਆ ਸਕਦਾ ਹੈ। ਭਾਈ ਕਾਨ ਸਿੰਘ ਨਾਭਾ ਅਨੁਸਾਰ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਿਆ ਹੈ, ਰੋਗੀਆਂ ਲਈ ਸਫਾਖਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤ ਦੀ ਪੱਤ ਰੱਖਣ ਲਈ ਲੋਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਸਥਾਨ ਹੈ। 18ਵੀਂ ਸਦੀ ਦੌਰਾਨ ਜ਼ਾਲਮ ਸਰਕਾਰਾਂ ਖਿਲਾਫ ਜੂਝਦੇ ਸਿੰਘਾਂ ਨੇ ਜਦੋਂ ਘੋੜਿਆਂ ਦੀਆਂ ਕਾਠੀਆਂ ਤੇ ਨਿਵਾਸ ਕੀਤਾ, ਉਸ ਸਮੇਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਉਦਾਸੀ ਤੇ ਨਿਰਮਲੇ ਸੰਤ ਸੁਚੱਜੇ ਢੰਗ ਨਾਲ ਨਿਭਾਉਂਦੇ ਰਹੇ। ਮਿਸਲ ਕਾਲ ਅਤੇ ਖਾਲਸਾ ਰਾਜ ਦੇ ਸਮੇਂ ਗੁਰਦੁਆਰਿਆਂ ਦੇ ਨਾਮ ਵੱਡੀਆਂ ਜ਼ਗੀਰਾਂ ਤੇ ਜਾਇਦਾਦਾਂ ਲਾਈਆਂ ਗਈਆਂ। ਇਨ੍ਹਾਂ ਸਥਾਨਾਂ ਤੇ ਬੈਠੇ ਬਹੁਤਾਤ ਮਹੰਤ ਭ੍ਰਿਸ਼ਟ ਤੇ ਦੁਰਾਚਾਰੀ ਹੋ ਗਏ। ਇਹਨਾਂ ਨੇ ਗੁਰੂ ਘਰਾਂ ਅੰਦਰ ਮਰਿਆਦਾ ਤੋਂ ਉਲਟ ਮਨਮਤੀ ਰੌਰੀਤਾਂ ਤੇ ਆਪ ਹੁਦਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਸਿੱਖ ਸੰਗਤ ਦੇ ਹਿਰਦੇ ਬਲੁੰਦਰੇ ਗਏ ਤੇ ਗਾਹੇ ਬਗਾਹੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੀ ਆਵਾਜ਼ ਉੱਠਦੀ ਰਹੀ। ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੰਥ ਪ੍ਰਸਤ ਹੱਥਾਂ ਵਿੱਚ ਆਉਣ ਨਾਲ ਬਾਕੀ ਗੁਰਧਾਮਾਂ ਦੇ ਪ੍ਰਬੰਧ ਸੁਧਾਰਨ ਤੇ ਚਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਈ। ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਸ਼ਾਂਤਮਈ ਢੰਗ ਨਾਲ ਜ਼ਬਰ ਦਾ ਮੁਕਾਬਲਾ ਕਰਦਿਆਂ ਜੋ ਲਾਸਾਨੀ ਸ਼ਹਾਦਤਾਂ ਦਿੱਤੀਆਂ ਗਈਆਂ, ਉਸ ਤੋਂ ਪ੍ਰੇਰਨਾ ਲੈਂਦਿਆਂ ਸਿੱਖ ਸੰਗਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। 1920 ਈਸਵੀ ਤੋਂ 1925 ਈਸਵੀ ਤੱਕ ਸ਼ਾਂਤਮਈ ਢੰਗ ਨਾਲ ਚੱਲੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੌਰਾਨ ਸਿੱਖਾਂ ਦੇ ਜਜ਼ਬਿਆਂ ਨੇ ਦੇਸ਼ ਦੀ ਆਜ਼ਾਦੀ ਲਈ ਨਵੀਆਂ ਪੈੜਾਂ ਪਾਈਆਂ। ਇਸ ਲਹਿਰ ਦੀ ਆਰੰਭਤਾ ਪਿੱਛੇ ਸਿੱਖ ਕੌਮ ਦੇ ਸਾਂਝੀ ਫਿਕਰ ਤੇ ਵਿਦਰੋਹੀ ਅੰਸ਼ ਸ਼ੁਰੂ ਤੋਂ ਹੀ ਸਨ। ਇਸੇ ਸਮੇਂ ਦੌਰਾਨ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਮਿਲਵਰਤਨ ਦਾ ਮਤਾ ਪਾਸ ਕੀਤਾ ਤਾਂ ਅੰਗਰੇਜ਼ ਸਰਕਾਰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਰਾਜ ਵਿਰੋਧੀ ਲਹਿਰ ਮੰਨਦਿਆਂ ਇਸ ਨੂੰ ਖਤਮ ਕਰਨ ਲਈ ਬਾਜ਼ਿਦ ਹੋ ਗਈ। ਗੁਰਦੁਆਰਾ ਬਾਬੇ ਦੀ ਬੇਰ, ਸਿਆਲਕੋਟ, ਗੁਰਦੁਆਰਾ ਸ਼੍ਰੀ ਤਰਨਤਾਰਨ ਸਾਹਿਬ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਆਦਿ ਪ੍ਰਬੰਧ ਮਹੰਤਾਂ ਤੋਂ ਆਜ਼ਾਦ ਕਰਵਾਉਣ ਉਪਰੰਤ ਗੁਰਦੁਆਰਾ ਗੁਰੂ ਕਾ ਬਾਗ ਦੇ ਭ੍ਰਿਸ਼ਟ ਅਤੇ ਦੁਰਾਚਾਰੀ ਮਹੰਤ ਸੁੰਦਰਦਾਸ ਤੇ ਅੰਗਰੇਜ਼ ਸਰਕਾਰ ਦੀਆਂ ਬਦਨੀਤੀਆਂ ਵਿਰੁੱਧ ਅਕਾਲੀਆਂ ਨੇ 22 ਅਗਸਤ 1922 ਈਸਵੀ ਤੋਂ 17 ਨਵੰਬਰ 1922 ਈਸਵੀ ਤੱਕ ਸ਼ਾਂਤਮਈ ਮੋਰਚਾ ਲਾਇਆ। ਸਿੱਖ ਤਵਾਰੀਖ ਅੰਦਰ ਗੁਰਧਾਮਾਂ ਦੀ ਆਜ਼ਾਦੀ, ਗੁਰਮਰਿਆਦਾ ਦੀ ਬਹਾਲੀ ਲਈ ਸਮੇਂ ਦੀਆਂ ਜਾਵਰ ਸਰਕਾਰਾਂ ਤੇ ਜ਼ੁਲਮ ਖਿਲਾਫ ਜਥੇਬੰਦਕ ਰੂਪ ਵਿੱਚ ਸ਼ਾਂਤਮਈ ਢੰਗ ਨਾਲ ਸਵੈ ਇੱਛਾ ਅਨੁਸਾਰ ਵਿੱਢੇ ਸੰਘਰਸ਼ ਨੂੰ ਮੋਰਚਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਗੁਰਦੁਆਰਾ ਗੁਰੂ ਕਾ ਬਾਗ, ਇਤਿਹਾਸ ਅਤੇ ਪ੍ਰਬੰਧ। ਗੁਰਦੁਆਰਾ ਗੁਰੂ ਕਾ ਬਾਗ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ ਜੋ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਘੂਕੇਵਾਲੀ ਤੇ ਸੈਂਸਰਾਂ ਦੇ ਵਿਚਕਾਰ ਪੈਂਦਾ ਹੈ। ਸ਼੍ਰੀ ਅੰਮ੍ਰਿਤਸਰ ਤੋਂ ਇਸ ਦੀ ਦੂਰੀ ਤਕਰੀਬਨ 25 ਕਿਲੋਮੀਟਰ ਹੈ। ਇਹ ਅਜਨਾਲਾ ਰੋਡ ਤੇ ਕੁਕੜਾਂ ਵਾਲੇ ਤੋਂ ਫਤਿਹਗੜ੍ਹ ਚੂੜੀਆਂ ਵਾਲੀ ਸੜਕ ਤੇ ਪੈਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਡਾਲੀ ਰਹਿੰਦਿਆਂ ਆਪਣੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵਿਚਰਦਿਆਂ ਪਿੰਡ ਸੈਂਸਰੀ ਤੋਂ ਚੱਲ ਕੇ ਇਸ ਸਥਾਨ ਨੂੰ ਆਪਣੀ ਪਵਿੱਤਰ ਚਰਨ ਛੋਹ ਰਾਹੀਂ ਮਾਣ ਬਖਸ਼ਿਆ। ਗੁਰੂ ਸਾਹਿਬ ਨੇ ਦੋ ਪਿੰਡਾਂ ਦੇ ਵਿਚਕਾਰ ਪੈਂਦੇ ਇਸ ਅਣਉਪਜਾਊ ਸਥਾਨ ਤੇ ਇੱਕ ਵਣ ਦੇ ਰੁੱਖ ਹੇਠ ਆਸਣ ਲਾਇਆ। ਰਵਾਇਤ ਅਨੁਸਾਰ ਇਸ ਸਥਾਨ ਤੇ ਹੀ ਗੁਰੂ ਸਾਹਿਬ ਨੇ ਸੁਕੇਤ ਮੰਡੀ ਦੇ ਰਾਜੇ ਹਰੀ ਸੈਣ ਨੂੰ ਉਸਦੇ ਜੀਵਨ ਦੀ ਗੁੱਝੀ ਰਮਜ਼ ਸਮਝਾਉਂਦਿਆਂ ਆਵਾਗਮਨ ਦੇ ਸੰਸਿਆਂ ਤੋਂ ਮੁਕਤ ਕੀਤਾ ਤੇ ਰਾਜਾ ਗੁਰੂ ਸਾਹਿਬ ਦਾ ਸ਼ਰਧਾਲੂ ਹੋਇਆ। ਇਸ ਸਥਾਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦੇ ਨਾਤੇ ਗੁਰੂ ਕੀ ਰੌੜ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਭਾਈ ਕੂਕੇ ਨੇ ਇਸ ਸਥਾਨ ਦੀ ਸੇਵਾ ਸੰਭਾਲ ਆਰੰਭ ਕਰ ਦਿੱਤੀ। ਇਸ ਸਥਾਨ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੋਇਆ। ਜਦੋਂ ਪਿੰਡ ਘੂਕੇਵਾਲੀ ਦੀ ਸੰਗਤ ਵੱਲੋਂ ਬੇਨਤੀ ਕਰਨ ਤੇ
ਗੁਰੂ ਸਾਹਿਬ ਨੇ ਵੱਲੇ ਪਿੰਡ ਤੋਂ ਚੱਲ ਕੇ ਭਾਈ ਲਾਲ ਚੰਦ ਕੋਲ ਉਤਾਰਾ ਕੀਤਾ ਤਾਂ ਪਿੰਡ ਕੂਕੇਵਾਲੀ ਵਿਖੇ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਬੌਲੀ ਸਾਹਿਬ ਪਾਤਸ਼ਾਹੀ 9ਵੀਂ ਸੁਸ਼ੋਭਿਤ ਹੈ। ਕੂਕੇਵਾਲੀ ਪਿੰਡ ਤੋਂ ਚੱਲ ਕੇ ਗੁਰੂ ਸਾਹਿਬ ਨੇ ਗੁਰੂ ਕੀ ਰੌੜ ਚਰਨ ਪਾਏ। ਗੁਰੂ ਸਾਹਿਬ ਨੇ ਇਲਾਕੇ ਦੀ ਸੰਗਤ ਨੂੰ ਇਸ ਜਗ੍ਹਾ ਤੇ ਬਾਗ ਲਾਉਣ ਲਈ ਆਦੇਸ਼ ਕੀਤਾ ਤੇ ਇਸ ਥਾਂ ਨੂੰ ਗੁਰੂ ਕਾ ਬਾਗ ਨਾਮ ਦਿੱਤਾ, ਜਿਸ ਸਦਕਾ ਗੁਰੂ ਕੀ ਰੌੜ ਤੋਂ ਇਸ ਥਾਂ ਦਾ ਨਾਮ ਗੁਰੂ ਕਾ ਬਾਗ ਪ੍ਰਚਲਿਤ ਹੋਇਆ। ਖਾਲਸਾ ਰਾਜ ਦੀ ਆਰੰਭਤਾ ਦੌਰਾਨ ਸਰਦਾਰ ਨਾਹਰ ਸਿੰਘ ਚਮਿਆਰੀ ਨੇ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਕਰਵਾਈ। ਉਪਰੰਤ ਸਰਦਾਰ ਪੰਜਾਬ ਸਿੰਘ ਕੁਮੀਦਾਨ ਖਤਰਾਏ ਕਲਾਂ ਨੇ ਗੁਰਦੁਆਰਾ ਸਾਹਿਬ ਦੇ ਨਾਮ ਚੰਗੀ ਜਾਗੀਰ ਲਾਈ ਤੇ ਪ੍ਰਬੰਧ ਲਈ ਇੱਕ ਮਹੰਤ ਬਿਠਾਇਆ। ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਸਰੋਵਰ ਖਾਲਸਾ ਰਾਜ ਦੇ ਸਮੇਂ ਤਿਆਰ ਕਰਵਾਏ ਗਏ ਤੇ ਪ੍ਰਬੰਧ ਮਹੰਤਾਂ ਦੁਆਰਾ ਚਲਾਇਆ ਜਾਣ ਲੱਗਾ। ਇਸੇ ਗੁਰਦੁਆਰਾ ਸਾਹਿਬ ਵਿਖੇ 1873 ਈਸਵੀ ਵਿੱਚ ਉਸ ਸਮੇਂ ਦੇ ਮਹੰਤ ਨੇ ਸ਼ਰਧਾ ਰਾਮ ਫਿਲੌਰੀ ਦਾ ਲੈਕਚਰ ਕਰਵਾਇਆ, ਜਿਸ ਵਿੱਚ ਉਸਨੇ ਸਿੱਖ ਧਰਮ ਖਿਲਾਫ ਕੂੜ ਪ੍ਰਚਾਰ ਕੀਤਾ। ਮਹੰਤ ਬਿਸ਼ਨ ਦਾਸ ਦੀ ਮੌਤ ਤੋਂ ਬਾਅਦ ਉਸ ਦਾ ਚੇਲਾ ਮਹੰਤ ਸੁੰਦਰਦਾਸ ਗੁਰਦੁਆਰਾ ਸਾਹਿਬ ਤੇ ਕਾਬਜ ਹੋਇਆ, ਜਿਸ ਦੇ ਭ੍ਰਿਸ਼ਟ ਆਚਰਣ ਕਾਰਨ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਜ਼ਾਦ ਕਰਵਾਉਣ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ 31 ਜਨਵਰੀ 1921 ਈਸਵੀ ਨੂੰ ਸਰਦਾਰ ਕਰਤਾਰ ਸਿੰਘ ਝੱਬਰ ਤੇ ਸਰਦਾਰ ਦਾਨ ਸਿੰਘ ਵਿਛੋਆ ਗੁਰੂ ਕਾ ਬਾਗ ਵਿਖੇ ਜਥਾ ਲੈ ਕੇ ਗਈ, ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹੰਤ ਸੁੰਦਰਦਾਸ ਸਨਮੁਖ ਸ਼ਰਤਾਂ ਰੱਖੀਆਂ ਗਈਆਂ ਕਿ ਮਹੰਤ ਕਿਸੇ ਇੱਕ ਔਰਤ ਨਾਲ ਆਨੰਦ ਕਾਰਜ ਕਰ ਲਵੇ, ਹੋਰ ਕਿਸੇ ਔਰਤ ਨਾਲ ਅਯੋਗ ਸੰਬੰਧ ਨਾ ਰੱਖੇ, ਮਹੰਤ ਅੰਮ੍ਰਿਤਧਾਰੀ ਹੋ ਕੇ ਸਿੰਘ ਸਜੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਰਹਿ ਕੇ ਸੇਵਾ ਕਰੇ। ਸਮਝੌਤੇ ਰਾਹੀਂ ਵਾਅਦਾ ਲਿਆ ਗਿਆ ਕਿ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ 11 ਮੈਂਬਰੀ ਕਮੇਟੀ, ਜਿਸ ਦੇ ਪ੍ਰਧਾਨ ਸਰਦਾਰ ਦਾਨ ਸਿੰਘ ਵਿਛੋਆ ਤੇ ਸਕੱਤਰ ਸਰਦਾਰ ਇੰਦਰ ਸਿੰਘ ਨਿਯੁਕਤ ਕੀਤਾ ਗਿਆ ਸੀ, ਦੀ ਨਿਗਰਾਨੀ ਹੇਠ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਵੇਗਾ। ਮਹੰਤ ਨੇ ਇਹ ਸ਼ਰਤਾਂ ਪ੍ਰਵਾਨ ਕਰ ਲਈਆਂ ਤੇ ਉਸ ਸਮੇਂ ਇੱਕ ਸੰਧੀ ਪੱਤਰ ਦੇ ਦਸਤਖਤ ਕਰ ਦਿੱਤੇ। ਮਹੰਤ ਸੁੰਦਰਦਾਸ ਨੇ 8 ਫਰਵਰੀ 1921 ਈਸਵੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਅੰਮ੍ਰਿਤ ਛਕ ਲਿਆ ਤੇ ਉਸ ਦਾ ਨਾਮ ਜੋਗਿੰਦਰ ਸਿੰਘ ਰੱਖਿਆ ਗਿਆ। ਅਕਾਲੀਆਂ ਵੱਲੋਂ ਚਲਾਈ ਗਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਅੰਗਰੇਜ਼ ਸਰਕਾਰ ਰਾਜਨੀਤਿਕ ਲਹਿਰ ਮੰਨਦੀ ਹੋਈ ਜੜੋਂ ਖਤਮ ਕਰਨਾ ਚਾਹੁੰਦੀ ਸੀ। ਇਸੇ ਤਹਿਤ ਸਰਕਾਰਾਂ ਨੇ ਮਹੰਤਾਂ ਨੂੰ ਵਿਰੋਧੀ ਧਿਰ ਵਜੋਂ ਵਰਤੋਂ ਵਿੱਚ ਲਿਆਂਦਾ। ਚਾਬੀਆਂ ਦੇ ਮੋਰਚੇ ਦੀ ਫਤਿਹ, ਜਿਸ ਨੂੰ ਮਹਾਤਮਾ ਗਾਂਧੀ ਨੇ ਪੱਤਰ ਰਾਹੀਂ ਭਾਰਤ ਦੀ ਆਜ਼ਾਦੀ ਲਈ ਪਹਿਲੀ ਜਿੱਤ ਮੰਨਿਆ ਸੀ, ਨੂੰ ਅੰਗਰੇਜ਼ ਸਰਕਾਰ ਨੇ ਆਪਣੀ ਹੇਠੀ ਪਰ ਨਿਰਾਦਰ ਸਮਝਦੇ ਹੋਏ ਅਕਾਲੀ ਲਹਿਰ ਦੇ ਮੁਖੀ ਗ੍ਰਿਫਤਾਰ ਕਰਨੇ ਸ਼ੁਰੂ ਕਰ ਦਿੱਤੇ। ਅੰਗਰੇਜ਼ ਸਰਕਾਰ ਦੀ ਮਹੰਤਾਂ ਨੂੰ ਪੂਰਨ ਸ਼ਹਿ ਹੋਣ ਦੇ ਨਾਤੇ ਆਪਣੇ ਵਾਅਦੇ ਤੋਂ ਫਿਰਿਆ ਮਹੰਤ ਸੁੰਦਰਦਾਸ ਗੁਰਦੁਆਰਾ ਗੁਰੂ ਕਾ ਬਾਗ ਦੀ ਜ਼ਮੀਨ ਨੂੰ ਆਪਣੀ ਸੰਪत्ति ਮੰਨਣ ਲੱਗਿਆ। ਜੂਨ 1921 ਈਸਵੀ ਨੂੰ ਮਹੰਤ ਨੇ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਸਾਰੇ ਕਾਗਜ਼ ਵੀ ਸਾੜ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ 23 ਅਗਸਤ 1921 ਈਸਵੀ ਦੀ ਸਵੇਰ ਸਰਦਾਰ ਦਾਨ ਸਿੰਘ ਵਿਛੋਆ ਦੀ ਪ੍ਰਧਾਨਗੀ ਹੇਠ ਭਾਰੀ ਦੀਵਾਨ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸਜਾਇਆ ਗਿਆ ਤੇ ਸੰਗਤ ਦੇ ਸਹਿਯੋਗ ਰਾਹੀਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਥ ਅਧੀਨ ਕਰ ਲਿਆ ਗਿਆ। ਮਹੰਤ ਦੁਆਰਾ ਸ਼ਿਕਾਇਤ ਕਰਨ ਤੇ ਸੁਪਰੀਡੈਂਟ ਆਫ ਪੁਲਿਸ ਮਿਸਟਰ ਮੈਕਫਰਸਨ ਉਸੇ ਦਿਨ 1 ਵਜੇ ਹਥਿਆਰਬੰਦ ਪੁਲਿਸ ਸਮੇਤ ਪੁੱਜ ਗਿਆ ਤੇ ਤਸਦੀਕ ਵਜੋਂ ਇਕੱਤਰਤਾ ਦਾ ਕਾਰਨ ਪੁੱਛਣ ਲੱਗਾ। ਸਰਦਾਰ ਦਾਨ ਸਿੰਘ ਵਿਛੋਆ ਨੇ ਮਹੰਤ ਦੁਆਰਾ ਆਪਣੇ ਵਾਅਦੇ ਤੋਂ ਮੁਕਰਨ ਸੰਬੰਧੀ ਦੱਸਿਆ ਤੇ ਅਖਬਾਰਾਂ ਵਿੱਚੋਂ ਮਹੰਤ ਨਾਲ ਹੋਏ ਸਮਝੌਤੇ ਦੀ ਕਾਰਵਾਈ ਦਿਖਾਈ। ਇਸ ਤੇ ਮੈਕਫਰਸਨ ਨੇ ਕੋਈ ਪ੍ਰਤੀਕਰਮ ਨਾ ਦਿੰਦਿਆਂ ਗੁਰਦੁਆਰਾ ਗੁਰੂ ਕਾ ਬਾਗ ਵਿਖੇ 5 ਅਕਾਲੀਆਂ ਨੂੰ ਸੇਵਾ ਲਈ ਰੱਖਣ ਲਈ ਕਿਹਾ ਤੇ ਬਾਕੀਆਂ ਨੂੰ ਸ਼ਾਮ ਤੱਕ ਉੱਥੋਂ ਵਾਪਸ ਭੇਜ ਦਿੱਤਾ। ਇਸ ਦੇ ਨਾਲ ਹੀ ਇਸਨੇ ਗੁਰਦੁਆਰਾ ਸਾਹਿਬ ਵਿਖੇ ਪੁਲਿਸ ਤਾਇਨਾਤ ਕਰ ਦਿੱਤੀ, ਜੋ ਕੁਝ ਦਿਨ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਜ਼ਾਮੰਦੀ ਤੇ ਉਠਾ ਦਿੱਤੀ ਗਈ। ਮੋਰਚਾ ਗੁਰੂ ਕਾ ਬਾਗ। ਗੁਰਦੁਆਰਾ ਗੁਰੂ ਕਾ ਬਾਗ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕੁਝ ਸਮਾਂ ਚੰਗੀ ਤਰ੍ਹਾਂ ਚੱਲਦਾ ਰਿਹਾ, ਜਿੱਥੇ ਵਿਸ਼ੇਸ਼ ਮੌਕਿਆਂ ਤੇ ਦੀਵਾਨ ਸਜਾਏ ਜਾਂਦੇ, ਗੁਰੂ ਕਾ ਲੰਗਰ ਅਟੁੱਟ ਵਰਤਦਾ ਤੇ ਲੰਗਰ ਲਈ ਬਾਲਣ ਦਾ ਇੰਤਜ਼ਾਮ
ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿੱਚੋਂ ਹੀ ਸੁੱਕੇ ਦਰਖਤ ਵੱਢ ਕੇ ਕੀਤਾ ਜਾਂਦਾ। ਕੁਝ ਸਮੇਂ ਬਾਅਦ ਮਹੰਤ ਫਿਰ ਆਪਣੇ ਵਾਅਦੇ ਤੇ ਨਾ ਰਹਿ ਕੇ ਮਨਆਈਆਂ ਕਰਨ ਲੱਗਿਆ। ਉਸਨੇ ਸਿੱਖਾਂ ਨੂੰ ਗੁਰੂ ਕੇ ਬਾਗ ਵਿੱਚੋਂ ਲੰਗਰ ਲਈ ਲੱਕੜਾਂ ਕੱਟਣ ਤੋਂ ਵੀ ਮਨਾ ਕਰ ਦਿੱਤਾ। 8 ਅਗਸਤ 1922 ਈਸਵੀ ਨੂੰ ਗੁਰਦੁਆਰਾ ਸਾਹਿਬ ਦੇ 5 ਸੇਵਕਾਂ ਨੇ ਗੁਰੂ ਕੇ ਬਾਗ ਦੀ ਜ਼ਮੀਨ ਵਿੱਚੋਂ ਆਮ ਦਿਨਾਂ ਵਾਂਗ ਬਾਲਣ ਕੱਟ ਲਿਆ। ਸ਼੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਡੰਟ ਨੇ 9 ਅਗਸਤ 1922 ਨੂੰ ਜ਼ੈਲਦਾਰ ਵੇਦੀ ਬ੍ਰਿਜਲਾਲ ਵਾਸੀ ਮਹਿਲਾਂ ਵਾਲਾ, ਜੋ ਇੱਕ ਝੋਲੀ ਚੁੱਕ ਸੀ, ਤੇ ਇਤਲਾਹ ਤੇ FIR ਨੰਬਰ 1288 ਦਰਜ ਕਰਕੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਪਿੱਛੋਂ ਐਡੀਸ਼ਨਲ ਸੁਪਰਡੈਂਟ ਆਫ ਪੁਲਿਸ ਮਿਸਟਰ BT ਅਤੇ ਉਸਦੇ ਸਾਥੀ ਅਫਸਰ ਨੇ ਗੁਰੂ ਕਾ ਬਾਗ ਪੁੱਜ ਕੇ ਡਿਪਟੀ ਕਮਿਸ਼ਨਰ ਦੀ ਅਗਵਾਈ ਦੀ ਪੁਸ਼ਟੀ ਲਈ ਮਹੰਤ ਪਾਸੋਂ ਦਰਖਾਸਤ ਲੈ ਲਈ। 10 ਅਗਸਤ 1922 ਈਸਵੀ ਨੂੰ ਗ੍ਰਿਫਤਾਰ ਕੀਤੇ 5 ਸਿੰਘਾਂ ਭਾਈ ਸੰਤੋਖ ਸਿੰਘ ਲਸ਼ਕਰੀ ਨੰਗਲ, ਭਾਈ ਲਾਭ ਸਿੰਘ ਰਾਜਾ ਸੰਸੀ, ਭਾਈ ਲਾਭ ਸਿੰਘ ਮੱਤੇ ਨੰਗਲ, ਭਾਈ ਸੰਤਾ ਸਿੰਘ ਮੇਸਾਦ ਨੂੰ ਸ਼੍ਰੀ ਅੰਮ੍ਰਿਤਸਰ ਵਿਖੇ ਮੈਜਿਸਟ੍ਰੇਟ ਮਿਸਟਰ ਇਵਾਨ ਜੇਨਕਿੰਸ ਨੇ ਚੋਰੀ ਦੇ ਇਲਜ਼ਾਮ ਹਿੱਤ 6 ਮਹੀਨੇ ਦੀ ਕੈਦ, 50 ਰੁਪਏ ਜੁਰਮਾਨਾ ਕੀਤਾ। ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਸ ਵਿੱਚੋਂ ਲੱਕੜਾਂ ਕੱਟੀਆਂ ਜਾਂਦੀਆਂ ਸਨ, ਉਸ ਦਾ ਕੁੱਲ ਰਕਬਾ ਲਗਭਗ 524 ਕਨਾਲ 12 ਮਰਲੇ ਸ਼ਾਮਲਾਤ ਸੀ, ਜੋ ਪਿੰਡ ਸੈਂਸਰਾਂ ਦੀ ਸਿੰਘਾਂ ਨੇ ਗੁਰਦੁਆਰਾ ਗੁਰੂ ਕਾ ਬਾਗ ਦੇ ਨਾਂ ਲਵਾਈ ਸੀ। ਮਹੰਤ ਸੁੰਦਰਦਾਸ ਜ਼ਮੀਨ ਦਾ ਕਾਸ਼ਤਕਾਰ ਸੀ, ਜੋ ਕਬਜ਼ਾ ਮੁਖਾਲਿਫਾਨਾ 1892 ਈਸਵੀ ਤੋਂ ਚੱਲਦਾ ਆ ਰਿਹਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀ ਹੋਣ ਦੇ ਨਾਤੇ ਇੱਥੋਂ ਲੱਕੜਾਂ ਕੱਟਣਾ ਗੈਰ ਕਾਨੂੰਨੀ ਨਹੀਂ ਸੀ, ਪਰ ਅਕਾਲੀਆਂ ਤੇ ਚੋਰੀ ਲੱਕੜਾਂ ਕੱਟਣ ਦਾ ਝੂਠਾ ਇਲਜ਼ਾਮ ਲਗਾ ਕੇ ਅੰਗਰੇਜ਼ ਸਰਕਾਰ ਅਕਾਲੀ ਲਹਿਰ ਨੂੰ ਦਬਾਉਣਾ ਚਾਹੁੰਦੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਨਾਜਾਇਜ਼ ਗ੍ਰਿਫਤਾਰੀਆਂ ਦੇ ਰੋਸ ਵਜੋਂ ਰੋਜ਼ਾਨਾ 5-5 ਸਿੰਘਾਂ ਦੇ ਜਥੇ ਲੱਕੜਾਂ ਕੱਟਣ ਲਈ ਭੇਜਣੇ ਆਰੰਭ ਕਰ ਦਿੱਤੇ। ਬਾਅਦ ਵਿੱਚ ਇਹ ਗਿਣਤੀ ਨਿਰੰਤਰ ਵੱਧਦੀ ਗਈ। 22 ਅਗਸਤ 1822 ਈਸਵੀ ਨੂੰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ 3 ਦਿਨ ਸਜਾਏ ਗਏ ਦੀਵਾਨ ਦੌਰਾਨ ਜਿੱਥੇ ਸਰਕਾਰ ਦੀ ਕਾਰਵਾਈ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ, ਤਾਂ ਉੱਥੇ ਹੀ ਸਿੰਘਾਂ ਨੂੰ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਜਾ ਕੇ ਲੱਕੜਾਂ ਕੱਟਣ ਲਈ ਪ੍ਰੇਰਿਤ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਗਰੇਜ਼ ਸਰਕਾਰ ਦੀਆਂ ਸਖਤੀਆਂ ਦਾ ਅਕਾਲੀ ਸਿੰਘਾਂ ਦੁਆਰਾ ਸ਼ਾਂਤਮਈ ਰਹਿੰਦਿਆਂ ਮੁਕਾਬਲਾ ਕਰਨ ਹੈਤੂ ਜ਼ਿਲ੍ਹੇਵਾਰ ਜਥੇ ਭੇਜਣ ਦੇ ਪ੍ਰਬੰਧ ਕੀਤੇ ਗਏ। ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਸਵੇਰ ਸਮੇਂ ਦੀਵਾਨ ਸਜਾਏ ਜਾਂਦੇ, ਅਰਦਾਸ ਉਪਰੰਤ ਕੁਝ ਤਕਰੀਰਾਂ ਹੁੰਦੀਆਂ। ਸਿੰਘਾਂ ਦਾ ਜਥਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਗੁਰਦੁਆਰਾ ਗੁਰੂ ਕਾ ਬਾਗ ਵੱਲ ਕੂਚ ਕਰਦਾ। ਹਰ ਜਥੇ ਦੇ ਸਿੰਘਾਂ ਦਾ ਪਹਿਰਾਵਾ ਖਾਸ ਹੁੰਦਾ। ਸਿਰਾਂ ਤੇ ਕਾਲੀਆਂ ਦਸਤਾਰਾਂ ਸਜਾਈਆਂ ਹੁੰਦੀਆਂ। ਸਿੰਘਾਂ ਦੇ ਗਲਾਂ ਵਿੱਚ ਫੁੱਲ ਮਾਲਾ ਪਾ ਕੇ ਜਥੇ ਨੂੰ ਰਵਾਨਾ ਕੀਤਾ ਜਾਂਦਾ। ਸ਼ਹਿਰ ਦੇ ਲੋਕ ਲੰਘਦੇ ਜਥੇ ਉੱਪਰ ਫੁੱਲਾਂ ਦੀ ਵਰਖਾ ਕਰਦੇ। 22 ਅਗਸਤ 1922 ਈਸਵੀ ਦਿਨ ਮੰਗਲਵਾਰ ਤੋਂ ਪੁਲਿਸ ਨੇ ਸਿੰਘਾਂ ਨੂੰ ਗ੍ਰਿਫਤਾਰ ਕਰਨਾ ਆਰੰਭ ਕਰ ਦਿੱਤਾ। ਇਸ ਤਰ੍ਹਾਂ ਇਸ ਦਿਨ ਅਸਲ ਮਾਇਨਿਆਂ ਵਿੱਚ ਮੋਰਚੇ ਦੀ ਸ਼ੁਰੂਆਤ ਹੋਈ। ਇਸ ਦਿਨ 60 ਸਿੰਘ ਗ੍ਰਿਫਤਾਰ ਹੋਏ। 23 ਅਗਸਤ ਨੂੰ ਸ਼੍ਰੀ ਅੰਮ੍ਰਿਤਸਰ ਦੇ ਐਡੀਸ਼ਨਲ ਸੁਪਰਡੈਂਟ ਆਫ ਪੁਲਿਸ ਮਿਸਟਰ BT ਅਤੇ ਮੈਜਿਸਟ੍ਰੇਟ ਮਿਸਟਰ ਇਵਾਨ ਜੈਨਕਿੰਸ ਨੇ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਭਾਈ ਨਿਰੰਜਨ ਸਿੰਘ ਸਮੇਤ 4 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੂੰ 300 ਰੁਪਏ ਜੁਰਮਾਨਾ, 1 ਸਾਲ ਦੀ ਕੈਦ ਸਜ਼ਾ ਸੁਣਾਈ। 24 ਅਗਸਤ ਤੱਕ ਗ੍ਰਿਫਤਾਰੀਆਂ ਦੀ ਗਿਣਤੀ 180 ਹੋ ਗਈ ਸੀ। ਡਿਪਟੀ ਕਮਿਸ਼ਨਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਅਕਾਲੀ ਜਥਿਆਂ ਤੇ ਸਖਤੀ ਕਰਨ ਦਾ ਹੁਕਮ ਦਿੱਤਾ ਗਿਆ, ਜਿਸ ਅਨੁਸਾਰ 25 ਅਗਸਤ ਤੋਂ ਜਥਿਆਂ ਦੀ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਗਈ। ਇਸ ਦਿਨ 30 ਸਿੰਘ ਗੰਭੀਰ ਜ਼ਖਮੀ ਹੋਏ, ਜੋ 14 ਸਤੰਬਰ ਤੱਕ ਚੱਲਦੀ ਰਹੀ। ਅੰਗਰੇਜ਼ ਸਰਕਾਰ ਨੇ ਮੋਰਚੇ ਨੂੰ ਅਸਫਲ ਕਰਨ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ 8 ਆਗੂਆਂ ਸਰਦਾਰ ਬਹਾਦਰ ਮਹਿਤਾਬ ਸਿੰਘ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਗਤ ਜਸਵੰਤ ਸਿੰਘ ਜਨਰਲ ਸਕੱਤਰ, ਸਰਦਾਰ ਨਾਰਾਇਣ ਸਿੰਘ ਬੈਰੀਸਟਰ ਸਕੱਤਰ, ਪ੍ਰੋਫੈਸਰ ਸਾਹਿਬ ਸਿੰਘ ਮੀਤ ਸਕੱਤਰ, ਸਰਦਾਰ ਸਰਮੁਖ ਸਿੰਘ ਚੌਹਾਲ ਪ੍ਰਧਾਨ ਅਕਾਲੀ ਦਲ, ਮਾਸਟਰ ਤਾਰਾ ਸਿੰਘ ਵਰਕਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸਰਦਾਰ ਰਵੇਲ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਰਦਾਰ ਤੇਜਾ ਸਿੰਘ ਚੂੜਕਾਣਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਇਸ ਗ੍ਰਿਫਤਾਰੀ ਤੋਂ ਬਾਅਦ ਮੋਰਚੇ ਸੰਬੰਧੀ ਪ੍ਰਬੰਧ ਜਥੇਦਾਰ ਤੇਜਾ ਸਿੰਘ ਸਮੁੰਦਰੀ ਨੇ ਸੰਭਾਲੇ। ਸ਼੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਜੇ.ਐਮ. ਡੰਟ ਨੇ ਅਕਾਲੀ ਲਹਿਰ ਨੂੰ ਕੁਚਲਣ ਲਈ ਸੁਪਰਿੰਟੈਂਡੈਂਟ ਆਫ ਪੁਲਿਸ ਮਿਸਟਰ ਮੈਕਫਰਸਨ ਐਸਪੀ ਅਤੇ ਐਡੀਸ਼ਨਲ ਸੁਪਰਿੰਟੈਂਡੈਂਟ ਆਫ ਪੁਲਿਸ ਮਿਸਟਰ ਬੀਟੀ ਨੂੰ ਪੂਰਨ ਅਧਿਕਾਰ ਦਿੱਤੇ ਹੋਏ ਸਨ। ਇਹਨਾਂ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹਨਾਂ ਨੇ ਅਕਾਲੀਆਂ ਤੇ ਅਣਮਨੁੱਖੀ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਤੇੜਾ ਖੁਰਦ ਦੇ ਸਰਦਾਰ ਭਗਤ ਸਿੰਘ ਅਤੇ ਉਸ ਦਾ ਪੁੱਤਰ ਸਰਦਾਰ ਤਾਰਾ ਸਿੰਘ ਜੋ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸੀ, ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਬਣੇ ਅਤੇ ਦੋਵੇਂ ਸਿੰਘ ਸ਼ਹੀਦੀ ਪਾ ਗਏ। ਪੁਲਿਸ ਵੱਲੋਂ ਜਥੇਦਾਰ ਟਹਿਲ ਸਿੰਘ ਨਿੱਕੀ ਸਰਹਾਲੀ ਦੇ ਮੂੰਹ ਤੇ ਚਪੇੜਾਂ ਮਾਰੀਆਂ ਗਈਆਂ ਤੇ ਕੇਸਾਂ ਤੋਂ ਫੜ ਕੇ ਜ਼ਮੀਨ ਤੇ ਸੁੱਟਿਆ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਲਾਇਲਪੁਰ ਦੇ ਜਥੇ ਨੂੰ ਪਿੰਡ ਛੀਨੇ ਦੇ ਪੁਲ ਤੇ ਪਿੱਛੇ ਮੁੜਨ ਲਈ ਕਿਹਾ ਗਿਆ। ਜਥੇਦਾਰ ਸਰਦਾਰ ਪ੍ਰਿਥੀਪਾਲ ਸਿੰਘ ਉਰਫ ਜਵੰਦ ਸਿੰਘ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਪੁਲਿਸ ਨੇ ਸੁਮੇਦਾਰ ਡਾਂਗਾ ਨਾਲ ਸਿੰਘਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਸਿੰਘ ਮਾਰ ਖਾ ਕੇ ਵੀ 7 ਵਾਰ ਉੱਠਿਆ ਤੇ ਜ਼ਾਲਮਾਂ ਨੇ ਵਾਰ-ਵਾਰ ਮਾਰਿਆ। ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਸ਼੍ਰੀ ਅੰਮ੍ਰਿਤਸਰ ਪਹੁੰਚਾਇਆ ਗਿਆ। ਸ਼ਾਂਤਮਈ ਰਹਿੰਦਿਆਂ ਅਕਾਲੀਆਂ ਦੇ ਮੁਖ ਵਿੱਚੋਂ ਨਿਕਲ ਰਹੀ ਵਾਹਿਗੁਰੂ ਵਾਹਿਗੁਰੂ ਦੀ ਗੂੰਜ ਸਿੱਖੀ ਸਿਦਕ ਦੇ ਵਿਲੱਖਣ ਦ੍ਰਿਸ਼ ਪੇਸ਼ ਕਰ ਰਹੀ ਸੀ। ਕਈ ਬੇਹੋਸ਼ ਤੇ ਜ਼ਖਮੀ ਸਿੰਘਾਂ ਨੂੰ ਨਹਿਰ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ। ਮੋਰਚੇ ਦੌਰਾਨ ਸਿੰਘਾਂ ਤੇ ਢਾਹੇ ਗਏ ਕਹਿਰ ਦੀਆਂ ਅਜਿਹੀਆਂ ਅਨੇਕ ਹੀ ਮਿਸਾਲਾਂ ਮਿਲਦੀਆਂ ਨੇ। ਪੁਲਿਸ ਨੇ ਕਈ ਮੋਤਬਰ ਸੱਜਣ ਜੋ ਦਰਸ਼ਕਾਂ ਵਜੋਂ ਜਥੇ ਨਾਲ ਗਏ ਸਨ ਨਾਲ ਵੀ ਬੁਰਾ ਵਿਵਹਾਰ ਕੀਤਾ ਅਤੇ ਉਹਨਾਂ ਦੀਆਂ ਕੀਮਤੀ ਵਸਤਾਂ ਵੀ ਖੋਹ ਲਈਆਂ। ਇਹਨਾਂ ਵਿੱਚ ਸਰਦਾਰ ਸੁੰਦਰ ਸਿੰਘ ਰਾਮਗੜੀਆ, ਸਰਦਾਰ ਸੁੰਦਰ ਸਿੰਘ ਧੂਪੀਆ, ਭਾਈ ਮੋਹਨ ਸਿੰਘ ਵੈਦ ਅਤੇ ਸਰਦਾਰ ਅਮਰ ਸਿੰਘ ਆਦਿ ਸ਼ਖਸੀਅਤਾਂ ਸ਼ਾਮਲ ਸਨ। ਗੁਰਦੁਆਰਾ ਗੁਰੂ ਕਾ ਬਾਗ ਵਿਖੇ ਅਕਾਲੀਆਂ ਦੇ ਇਕੱਠ ਨੂੰ ਗੈਰ ਕਾਨੂੰਨੀ ਐਲਾਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੂਜੀਆਂ ਸੰਸਥਾਵਾਂ ਵੱਲੋਂ ਭੇਜੀਆਂ ਗਈਆਂ ਦਵਾਈਆਂ ਅਤੇ ਹੋਰ ਵਸਤਾਂ ਪੁਲਿਸ ਵੱਲੋਂ ਜ਼ਬਤ ਕਰ ਲਈਆਂ ਜਾਂਦੀਆਂ। ਗੁਰਦੁਆਰਾ ਗੁਰੂ ਕਾ ਬਾਗ ਨਜ਼ਦੀਕ ਪੈਂਦੇ ਪਿੰਡ ਸੈਂਸਰਾਂ, ਕੂਕੇਵਾਲੀ, ਲਸ਼ਕਰੀ ਨੰਗਲ, ਜਗਦੇਓ ਕਲਾਂ, ਮੱਲੂ ਨੰਗਲ ਆਦਿ ਦੇ ਸਿੰਘ ਇੱਕ ਡੁਰਲੀ ਜਥਾ ਬਣਾ ਕੇ ਕਿਸੇ ਨਾ ਕਿਸੇ ਤਰ੍ਹਾਂ ਸਿੰਘਾਂ ਤੱਕ ਰਸਦ ਪਹੁੰਚਾਉਂਦੇ ਰਹੇ। ਅਜਿਹੀ ਸੇਵਾ ਕਰਨ ਵਾਲੇ ਸਿੰਘਾਂ ਸਿੰਘਣੀਆਂ ਨੂੰ ਵੀ ਪੁਲਿਸ ਨੇ ਤਸ਼ੱਦਦ ਦਾ ਸ਼ਿਕਾਰ ਬਣਾਇਆ। ਅਦਲੀਵਾਲ ਪਿੰਡ ਦੀ ਬੀਬੀ ਲਾਭ ਕੌਰ ਜੋ ਜ਼ਖਮੀਆਂ ਨੂੰ ਪਿਲਾਉਣ ਲਈ ਸਿਰ ਤੇ ਪਾਣੀ ਦੀ ਟੈਂਟ ਚੁੱਕੀ ਜਾ ਰਹੀ ਸੀ, ਉਸ ਨੂੰ ਕੇਸਾਂ ਤੋਂ ਫੜ ਕੇ ਜ਼ਮੀਨ ਤੇ ਸੁੱਟ ਦਿੱਤਾ ਗਿਆ। ਉਪਰੰਤ ਇਲਾਜ ਲਈ ਸ਼੍ਰੀ ਅੰਮ੍ਰਿਤਸਰ ਵਿਖੇ ਭੇਜਿਆ ਗਿਆ। ਜ਼ਖਮੀਆਂ ਦੇ ਇਲਾਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਬਾਗ ਅਤੇ ਗੁਰੂ ਕਾ ਬਾਗ ਸ਼੍ਰੀ ਅੰਮ੍ਰਿਤਸਰ ਵਿਖੇ ਹਸਪਤਾਲ ਕਾਇਮ ਕੀਤੇ ਸਨ। ਹਸਪਤਾਲ ਵਿੱਚ 20 ਸਹਾਇਕ ਸਰਜਨ, 10 ਡਾਕਟਰ, 30 ਕੋਰਸ ਪਾਸ ਕੰਪਾਊਂਡਰ ਅਤੇ ਹੋਰ ਸਿੰਘ ਸਿੰਘਣੀਆਂ ਹਰ ਤਰ੍ਹਾਂ ਦੀ ਸਹਾਇਤਾ ਲਈ ਹਾਜ਼ਰ ਰਹਿੰਦੇ। ਪੰਜਾਬ ਖਿਲਾਫਤ ਕਮੇਟੀ ਨੇ ਵੀ ਆਰਜੀ ਹਸਪਤਾਲ ਤਿਆਰ ਕਰਕੇ ਜ਼ਖਮੀਆਂ ਦੇ ਇਲਾਜ ਲਈ ਪ੍ਰਬੰਧ ਕੀਤੇ। ਐਂਬੂਲੈਂਸ ਕੋਚ ਦਾ ਕੰਮ ਲਾਹੌਰ ਦੇ ਡਾਕਟਰ ਖਾਨ ਚੰਦ ਦੇਵ ਦੀ ਨਿਗਰਾਨੀ ਵਿੱਚ ਹੁੰਦਾ ਸੀ। ਸ਼੍ਰੀ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੇ ਵੀ ਜ਼ਖਮੀਆਂ ਦੀ ਸਹਾਇਤਾ ਲਈ ਹਰ ਤਰ੍ਹਾਂ ਦਾ ਲੋੜੀਂਦਾ ਸਹਿਯੋਗ ਦਿੱਤਾ। ਅਕਾਲੀਆਂ ਦੀਆਂ ਵਹੀਰਾਂ ਅੱਤ ਦੀ ਸਖਤੀ ਹੋਣ ਦੇ ਬਾਵਜੂਦ ਵੀ ਗੁਰਦੁਆਰਾ ਗੁਰੂ ਕਾ ਬਾਗ ਵੱਲ ਸ਼ਾਂਤਮਈ ਸਤਨਾਮ 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 ਜੀ, ਵਾਹਿਗੁਰੂ 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 ਜੀ, ਸੂਰਾ ਸੋਈ ਜੋ ਲਹਿਰਾ ਦੀਨ ਕੇ ਹੇਤ ਆਦਿ ਜਪਦੀਆਂ ਹੋਈਆਂ ਅੱਗੇ ਵਧਦੀਆਂ ਜਾਂਦੀਆਂ। ਮਾਰ ਕੁਟਾਈ ਹੋਣ ਤੇ ਉਹ ਕੋਈ ਮੁਕਾਬਲਾ ਜਾਂ ਬਚਾਓ ਕਰਨ ਦੀ ਕੋਸ਼ਿਸ਼ ਨਾ ਕਰਦੀ। ਕਈ ਜੁਝਾਰੂ ਬੀਬੀਆਂ ਨੇ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਬੇਨਤੀ ਕੀਤੀ ਕਿ ਇੱਕ ਜਥਾ ਨਿਰੋਲ ਸਿੰਘਣੀਆਂ ਦਾ ਗੁਰੂ ਕਾ ਬਾਗ ਵਿਖੇ ਜਾਣ ਦੀ ਆਗਿਆ ਦਿੱਤੀ ਜਾਵੇ। ਇਹ ਬੇਨਤੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੂਰ ਅੰਦੇਸ਼ੀ ਨਤੀਜਿਆਂ ਹਿਤ ਪ੍ਰਵਾਨ ਨਹੀਂ ਕੀਤੀ ਗਈ। ਜਥਿਆਂ ਦੀ ਗਿਣਤੀ ਰੋਜ਼ਾਨਾ ਵੱਧਦੀ ਜਾ ਰਹੀ ਸੀ। ਪੁਲਿਸ ਜਥਿਆਂ ਨੂੰ ਵਾਪਸ ਪਰਤ ਜਾਣ ਲਈ ਕਹਿੰਦੀ, ਪਰ ਅਕਾਲੀਆਂ ਵੱਲੋਂ ਇਨਕਾਰ ਕਰਨ ਅਤੇ ਅੱਗੇ ਵਧਣ ਤੇ ਪੁਲਿਸ ਮਾਰ ਕੁਟਾਈ ਕਰਕੇ ਗੁਰੂ ਕਾ ਬਾਗ ਵੱਲ ਜਾਣ ਤੋਂ ਨਕਾਰੇ ਕਰ ਦਿੰਦੀ। ਇਹ ਮਰਜੀਵੜੇ ਸਿੰਘ ਵਾਰ-ਵਾਰ ਉੱਠਦੇ ਤੇ ਅੱਗੇ ਵਧਣ ਲੱਗਦੇ।
ਤਾਂ ਪੁਲਿਸ ਇਹਨਾਂ ਤੇ ਦੁਬਾਰਾ ਤਸ਼ੱਦਦ ਢਾਉਣਾ ਸ਼ੁਰੂ ਕਰ ਦਿੰਦੀ। ਸਿੰਘਾਂ ਨੇ ਗੁਰੂ ਦੀ ਬਖਸ਼ਿਸ਼ ਸਦਕਾ ਹੌਸਲਾ ਨਾ ਹਾਰਿਆ, ਨਾ ਹੀ ਕਿਸੇ ਤਰ੍ਹਾਂ ਦਾ ਮੁਕਾਬਲਾ ਕੀਤਾ, ਕਿਉਂ ਜੋ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਚੱਲੇ ਸੀ। ਸਿੰਘ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਜਾਣ ਦਾ ਕਾਨੂੰਨੀ ਅਧਿਕਾਰ ਮੰਗਦੇ ਸੀ। ਉਹਨਾਂ ਨੂੰ ਹੰਟਰਾਂ ਤੇ ਸੁੰਮੇਦਾਰ ਡਾਂਗਾਂ ਨਾਲ ਕੁੱਟਿਆ ਜਾਂਦਾ, ਉਹਨਾਂ ਦੀ ਛਾਤੀ ਤੇ ਚੜ੍ਹ ਕੇ ਕੁਚਲਿਆ ਜਾਂਦਾ, ਕੇਸ ਪੁੱਟੇ ਜਾਂਦੇ, ਗੁਪਤ ਅੰਗਾਂ ਤੇ ਸੱਟਾਂ ਮਾਰੀਆਂ ਜਾਂਦੀਆਂ, ਕੁੱਤਿਆਂ ਤੋਂ ਵਢਾਇਆ ਜਾਂਦਾ, ਘੋੜਿਆਂ ਹੇਠ ਲਤਾੜਿਆ ਜਾਂਦਾ ਆਦਿ। ਉਪਰੰਤ ਉਹਨਾਂ ਨੂੰ ਛੱਪੜਾਂ, ਸੂਇਆਂ ਤੇ ਨਹਿਰਾਂ ਵਿੱਚ ਸੁੱਟਿਆ ਜਾਂਦਾ। ਜਿਨ੍ਹਾਂ ਡਾਂਗਾਂ ਨਾਲ ਸਿੰਘਾਂ ਨੂੰ ਕੁੱਟਿਆ ਜਾਂਦਾ, ਉਹਨਾਂ ਦੇ ਹੇਠਲੇ ਸਿਰੇ ਤੇ 6 ਇੰਚ ਲੰਮੀ ਲੋਹੇ ਦੀ ਸੁੰਮ ਅਤੇ ਉੱਪਰਲੇ ਸਿਰੇ ਤੇ ਪਿੱਤਲ ਦੀ ਸੁੰਮ ਲੱਗੀ ਹੁੰਦੀ ਸੀ। ਸਿੰਘਾਂ ਨੂੰ ਉਦੋਂ ਤੱਕ ਕੁੱਟਿਆ ਜਾਂਦਾ ਜਦੋਂ ਤੱਕ ਉਹ ਬੇਹੋਸ਼ ਨਾ ਹੋ ਜਾਂਦੇ। ਇਹ ਸਭ ਹੋਣ ਤੇ ਵੀ ਸਿੰਘ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਸੀ। ਨਿਹੱਥੇ ਸਿੰਘਾਂ ਤੇ ਹੋ ਰਹੀ ਮਾਰ ਕੁਟਾਈ ਦਾ ਅਸਰ ਗੋਰਖਾ ਪੁਲਿਸ ਤੇ ਵੀ ਹੋਇਆ। ਉਹਨਾਂ ਨਿਹੱਥੇ ਤੇ ਸ਼ਾਂਤਮਈ ਸਿੰਘਾਂ ਦੀ ਮਾਰ ਕੁਟਾਈ ਤੋਂ ਇਨਕਾਰ ਕਰ ਦਿੱਤਾ। ਇਹਨਾਂ ਗੋਰਖਿਆਂ ਨੇ ਯੁੱਧ ਦੇ ਮੈਦਾਨ ਵਿੱਚ ਸਿੰਘਾਂ ਨੂੰ ਵੈਰੀਆਂ ਖਿਲਾਫ ਜੂਝਦੇ ਵੇਖਿਆ ਸੀ। ਉਹਨਾਂ ਕਿਹਾ ਕਿ ਜੇ ਇਹ ਲੜਨ ਤਾਂ ਅਸੀਂ ਵੀ ਲੜੀਏ, ਪਰ ਇਸ ਤਰ੍ਹਾਂ ਸਾਨੂੰ ਸੋਭਦਾ ਨਹੀਂ ਹੈ, ਜਿਸ ਕਾਰਨ ਇਹਨਾਂ ਗੋਰਖਿਆਂ ਵਿੱਚੋਂ ਬਹੁਤਿਆਂ ਨੂੰ ਨੌਕਰੀਆਂ ਤੋਂ ਹਟਾ ਦਿੱਤਾ ਗਿਆ। ਇਹਨਾਂ ਦੇ ਜਜ਼ਬੇ ਦੀ ਕਦਰ ਕਰਦਿਆਂ ਜਥੇਦਾਰ ਤੇਜਾ ਸਿੰਘ ਸਮੁੰਦਰੀ ਨੇ ਇਹਨਾਂ ਲਈ ਨੌਕਰੀਆਂ ਦੇ ਇੰਤਜ਼ਾਮ ਕੀਤੇ। ਮਿਰਜ਼ਾ ਜ਼ਾਕੂਬ ਬੇਗ ਮੈਡੀਕਲ ਕੌਂਸਲ ਮੈਂਬਰ ਨੇ ਇਸ ਅਣਮਨੁੱਖੀ ਤਸ਼ੱਦਦ ਨੂੰ ਦੇਖ ਭਾਵਪੂਰਨ ਟਿੱਪਣੀ ਕਰਦਿਆਂ ਕਿਹਾ ਕਿ ਸਿੱਖ ਪੰਜਾਬ ਦੀਆਂ ਸਭ ਕੌਮਾਂ ਨਾਲੋਂ ਸਖਤ ਨੇ। ਜੇ ਇਹ ਸੱਟਾਂ ਕਿਸੇ ਹੋਰ ਕੌਮ ਦੇ ਲੱਗੀਆਂ ਹੁੰਦੀਆਂ ਤਾਂ ਉਹ ਬਹੁਤ ਦੁੱਖ ਪਾਉਂਦੇ। ਮੇਰੀ ਰਾਏ ਵਿੱਚ ਇਹ ਮਾਰ ਕੁਟਾਈ ਦਾ ਮੰਤਵ ਸਿੱਖਾਂ ਨੂੰ ਰੋਕਣਾ ਨਹੀਂ, ਸਗੋਂ ਸਜ਼ਾ ਦੇਣੀ ਸੀ। ਜਥਾ ਸ਼ਾਂਤਮਈ ਰਿਹਾ, ਪਰ ਪੁਲਿਸ ਨੇ ਅਮਨ ਭੰਗ ਕੀਤਾ। ਅਕਾਲੀਆਂ ਵਿੱਚ ਰੱਬ ਵਸਦਾ ਸੀ, ਪਰ ਪੁਲਿਸ ਜ਼ੁਲਮੀ ਤਾਕਤ ਸੀ। ਕਿਸੇ ਵੀ ਸਿੱਖ ਨੇ ਮਾਰ ਪੈਣ ਤੇ ਹਾਏ ਨਹੀਂ ਕੀਤਾ, ਨਾ ਹੀ ਖੁਦ ਨੂੰ ਬਚਾਉਣ ਦਾ ਯਤਨ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲੇ ਜਥਿਆਂ ਨੂੰ ਗੁਰਦੁਆਰਾ ਗੁਰੂ ਕਾ ਬਾਗ ਦੇ ਰਾਹ ਵਿੱਚ ਪੈਂਦੇ ਹਰਸਾ ਛੀਨਾ ਪੁਲ, ਰਾਣੇਵਾਲਾ ਪੁਲ, ਗੁਮਟਾਲਾ ਨਜ਼ਦੀਕ ਰਾਜਾ ਸੰਸੀ ਆਦਿ ਸਥਾਨਾਂ ਤੇ ਪੁਲਿਸ ਵੱਲੋਂ ਰੋਕ ਕੇ ਅੰਨ੍ਹੇਵਾਹ ਤਸ਼ੱਦਦ ਕੀਤਾ ਜਾਂਦਾ। ਕਾਲੀ ਪੱਗ ਵਾਲਾ ਕੋਈ ਵੀ ਸਿੰਘ ਕਿਤੇ ਵੀ ਦਿਖਾਈ ਦਿੰਦਾ ਤਾਂ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਸ਼ਾਂਤਮਈ ਜਥਿਆਂ ਤੇ ਵਰਤੀ ਗਈ ਤਾਕਤ ਦਾ ਦੇਸ਼ ਭਰ ਵਿੱਚ ਬਹੁਤ ਰੌਲਾ ਪਿਆ ਤੇ ਲੋਕ ਸ਼ਾਂਤਮਈ ਰੂਹਾਨੀ ਸੰਗਰਾਮ ਨੂੰ ਦੇਖਣ ਲਈ ਦੂਰ ਦੂਰ ਤੋਂ ਆਉਣ ਲੱਗੇ। 3 ਸਤੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲੇ ਜਥੇ ਦੇ ਨਾਲ 2000 ਦਰਸ਼ਕਾਂ ਤੋਂ ਇਲਾਵਾ ਕਾਂਗਰਸੀ ਲੀਡਰ ਪੰਡਤ ਮਦਨ ਮੋਹਨ ਮਾਲਵੀਆ, ਮੁਹੰਮਦ ਮਲਕ ਲਾਲ ਖਾਂ, ਮੀਆਂ ਮੁਹੰਮਦ ਸ਼ਰੀਫ, ਡਾਕਟਰ ਯਾਕੂਬ ਬੇਗ, ਚੀਫ ਖਾਲਸਾ ਦੀਵਾਨ ਦੇ ਕੁਝ ਆਗੂ ਆਦਿ 4 ਮੋਟਰਾਂ ਵਿੱਚ ਜਥੇ ਦੇ ਨਾਲ ਗਈ। ਇਸ ਦਿਨ ਪੁਲਿਸ ਗੁਮਟਾਲੇ ਜਾਂ ਰਾਜਾ ਸਾਂਸੀ ਹੋਣ ਦੀ ਬਜਾਏ ਛੀਨੇ ਵਾਲੇ ਪੁਲ ਤੇ ਮੌਜੂਦ ਸੀ। ਪੁਲਿਸ ਨੇ ਜਥੇ ਦੇ ਸਿੰਘਾਂ ਦੀ ਮਾਰ ਕੁਟਾਈ ਸ਼ੁਰੂ ਕਰ ਦਿੱਤੀ। ਜਦੋਂ ਪੰਡਤ ਮਦਨ ਮੋਹਨ ਮਾਲਵੀਆ ਅਤੇ ਹੋਰ ਆਗੂ ਪਹੁੰਚੇ ਤਾਂ ਇਹਨਾਂ ਦੀ ਹਾਜ਼ਰੀ ਵਿੱਚ ਮਾਰ-ਕੁੱਟ ਦੀ ਕੋਈ ਕਾਰਵਾਈ ਨਾ ਕੀਤੀ ਗਈ। ਇਹਨਾਂ ਦਿਨਾਂ ਵਿੱਚ ਜਦੋਂ ਅਕਾਲੀਆਂ ਤੇ ਪੁਲਿਸ ਵੱਲੋਂ ਘਿਨਾਉਣਾ ਕਹਿਰ ਢਾਇਆ ਜਾਂਦਾ ਸੀ ਤਾਂ ਆਸਮਾਨ ਵਿੱਚ ਇੱਕ ਸੁਨਹਿਰੀ ਬਾਜ ਵੀ ਅਕਸਰ ਉਡਾਰੀਆਂ ਮਾਰਦਾ ਦਿਖਾਈ ਦਿੰਦਾ ਸੀ, ਜੋ ਗੁਰਦੁਆਰਾ ਗੁਰੂ ਕਾ ਬਾਗ ਤੋਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵੱਲ ਜਾਂਦਾ। ਬਾਜ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ। ਜਦੋਂ ਜ਼ਖਮੀ ਸਿੰਘ ਬਾਜ ਨੂੰ ਦੇਖਦੇ ਤਾਂ ਉਹਨਾਂ ਦਾ ਭਰੋਸਾ ਹੋਰ ਮਜ਼ਬੂਤ ਹੋ ਜਾਂਦਾ ਕਿ ਸਾਨੂੰ ਫਤਿਹ ਨਸੀਬ ਹੋਵੇਗੀ। ਪ੍ਰੋਫੈਸਰ ਰੁਚੀ ਰਾਮ ਸਾਨੀ, ਜੋ ਮੋਰਚਾ ਗੁਰੂ ਕਾ ਬਾਗ ਦੇ ਚਸ਼ਮਦੀਦ ਗਵਾਹ ਸੀ, ਨੇ ਵੀ ਬਾਜ ਦੇਖਣ ਦੀ ਸ਼ਾਦੀ ਭਰੀ ਹੈ। ਬਹੁਤ ਸਾਰੇ ਅਖਬਾਰਾਂ ਦੇ ਪ੍ਰਤੀਨਿਧ, ਪੱਤਰਕਾਰ, ਫੋਟੋਗ੍ਰਾਫਰ ਤੇ ਮੋਤਵਰ ਸ਼ਖਸੀਅਤਾਂ ਗੁਰੂ ਕਾ ਬਾਗ ਪਹੁੰਚਣ ਨਾਤੇ 9 ਸਤੰਬਰ ਤੋਂ ਰਸਤੇ ਵਾਲੀਆਂ ਪੁਲਿਸ ਚੌਂਕੀਆਂ ਉਠਾ ਲਈਆਂ ਗਈਆਂ। ਹੁਣ ਜਥੇ ਗੁਰਦੁਆਰਾ ਗੁਰੂ ਕਾ ਬਾਗ ਪਹੁੰਚਦੇ ਤੇ ਉੱਥੇ ਉਹਨਾਂ ਦੀ ਮਾਰਕੁੱਟ ਕੀਤੀ ਜਾਂਦੀ। 10 ਸਤੰਬਰ ਨੂੰ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸਜੇ ਦੀਵਾਨ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਦਾ ਲੈਕਚਰ ਚੱਲ ਰਿਹਾ ਸੀ ਤਾਂ ਮਿਸਟਰ ਬੀਟੀ ਨੇ ਪ੍ਰਿੰਸੀਪਲ ਸਾਹਿਬ ਦੀ ਦੀਵਾਨ ਵਿੱਚ ਹੀ ਮਾਰ ਕੁਟਾਈ ਆਰੰਭ ਕਰ ਦਿੱਤੀ। 12 ਸਤੰਬਰ 1922 ਈਸਵੀ ਨੂੰ ਈਸਾਈ ਪਾਦਰੀ CF ਐਂਡਰਿਊਜ਼, ਜੋ ਐਂਗਲੀਕਨ ਚਰਚ ਦਾ ਪ੍ਰਚਾਰਕ ਨੇ, ਜ਼ਖਮੀਆਂ ਦੇ ਹਾਲਾਤ ਹਸਪਤਾਲ ਜਾ ਕੇ ਦੇਖੇ ਤੇ ਸਿੰਘਾਂ ਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਜ਼ੁਲਮ ਦੇਖ ਕੇ ਬੜਾ ਭਾਵੁਕ ਹੋਇਆ।
इस संबंधी उसने गवर्नर पंजाब नाल गल करदियां कहा कि उसने गुरु का बाग विच सैकड़े यसू मसीह सूली चढ़ते देखे ने। गवर्नर पंजाब ने 14 सितंबर वीरवार ਨੂੰ गुरु का बाग विखे मौके के हालात देखे उपरंत श्री अमृतसर आके मीटिंग की ते मार कुटाई बंद करने का फैसला किया। आखिर सरकार तशद्दद नाल भी अकाली मोर्चे नूं खत्म करने विच असफल रही। इस तो बाद गिरफ्तारियां का दौर शुरू होया जो 14 सितंबर तो 17 नवंबर तक चलिया। रोजाना श्री अकाल तख्त साहिब तो अकाली जथे गिरफ्तारी देने लई गुरुद्वारा गुरु का बाग विखे पहुंचते। गिरफ्तारी उपरंत सिंघां दे कपड़े उतार के उन्हां दी तलाशी भी लई जाती। कई बार उसे तरह तोड़ के श्री अमृतसर कचहरी ले जाया जाता। गिरफ्तारियां दौरान भी सिंघां ते तशद्दद जारी रहा। गड़गज अकाली जथे दे जथेदार भाई नरैण सिंह जदों गिरफ्तारी तो पहला अरदास कर रही सी तां उसदे मूँह उत्ते हथ रख के रोकण की कोशिश की गई। 10 अक्तूबर तो 100 सिंह रोजाना गिरफ्तार होने लगे जिस विच फौजी पेंशनरां दे जथे भी गए जिन्ना लंबा समा अंग्रेज सरकार की नौकरी की सी। कसूती फसी सरकार समझ गई सी कि अकाली लहर नूं दबाउणा आसान नहीं है। कैदियां नूं श्री अमृतसर जेल गोविंदगढ़ किले विच कैद किया जाता सी। गिरफ्तार कीते अकालियां दी रोजाना बढ़ रही गिनती कारण कैदियां नूं रखना भी सरकार लई गले की हड्डी बनता जा रहा सी, जिस कारण सरकार ने बहुत कैदियां नूं बजुर्ग ते नाबालिग कह के छड्ड भी दिता। 12 अक्तूबर 1922 ईस्वी नूं 700 के करीब अकाली कैदियां नूं अटकदी जेल विच लई रवाना कर दिता, जिन्हां नूं जेलम स्टेशन ते संगत वल्लों गड्डी रोक के लंगर छकाया गया। 29 अक्तूबर नूं श्री अमृतसर तो 400 कैदी होर जेलों में भेजे गए। इस तरह कुछ कैदी रेल गड्डी राही अटक वल फिर रवाना किए गए, जिन्हां दे लंगर की सेवा लई संगत हसन अब्दाल ते आके जुड़ गई। स्टेशन मास्टर वालों गड्डी रोकण तो मना करन ते संगत रेल की पटड़ी ते अरदासा सोध के बैठ गई। जदों गड्डी आई तो पटड़ी ते अडोल बैठे गुरु दे सिंह भाई प्रताप सिंह ते भाई करम सिंह ने अपनी शहादत दे के गड्डी रोक के अपना सिदक निभाया। इन्हां शहीदां दा संस्कार रावलपिंडी विखे किया गया। इस घटना नूं सिख इतिहास विच साका श्री पंजा साहिब दे नाम वजों जानिया जाता है। मोर्चा गुरु का बाग दौरान सिखां तो इलावा कांग्रेसी आगू पंडित मदन मोहन मालविया, स्वामी शरदानंद, हकीम अजमल खां, मियाँ मुहम्मद शरीफ, मौलाना शौकत अली दे माता जी श्रीमती सरोजनी नायडू, पादरी एंड्रयूज़, लाला दुनीचंद, स्वामी शंकरचार्या, मलिक लाल खां, प्रोफैसर रुचि राम सानी आदि अते कई संस्थावां ने अपना अपना सहयोग पाया। कुल हिंद कांग्रेस कमेटी के वर्किंग कमेटी ने 27 अक्तूबर 1922 ईस्वी के मते अनुसार एक पड़तालिया कमेटी बनाई, जिसके प्रधान एस श्रीनिवासा आयरिंग ਅਤੇ ਸਕੱਤਰ प्रोफैसर रुचि राम सानी सन। कमेटी ने मोर्चा गुरु का बाग दीआं घटनावां नूं रिपोर्ट ऑफ गुरु का बाग कांग्रेस इंक्वायरी कमेटी के नाम हेठ प्रकाशित किया है। देश विदेश तो उचेचे तौर पर पुजे पत्रकारां ਅਤੇ फोटोग्राफरां ने मोर्चे दौरान ढाहे जा रहे कहर नूं हूबहू तस्वीरां विच उतारिया। मोर्चे नाल संबंधित तस्वीरां, फिल्मां ते ਸਾਹਿਤ उपर अंग्रेज सरकार वालों पाबंदी ला दी गई। आपे फाथड़िए तैनू कौन छुड़ावे अनुसार खबर फैल गई कि सरकार मोर्चे तो बच के निकलने का कोई हल लभ रही है। इस दे लई सरकार ने राय बहादुर सर गंगा राम इंजीनियर का सहारा लिया, जो कि चंगे असर रसूख वाली शख्सियत सी। सर गंगा राम इंग्लैंड तो उच्च विद्या लैके लाहौर आए सन, जिन्हां 12 साल लाहौर विच सिविल इंजीनियर वजों कार्य किए सी। लाहौर म्यूजियम, हाई कोर्ट, वड्डे गिरजाघर, दिल्ली सकत्रेत, एचिसन चीफ कॉलेज आदि इस दी निगरानी हेठ बनाए जाण नाते वो समा इमारती हुनर दा सर गंगा राम काल करके जानिया जाता सी। आखिर 17 नवंबर 1922 ईस्वी नूं ये मोर्चा लगभग 3 महीने बाद खत्म होया, जदों सरकार ने महंत सुंदर दास तो जमीन सर गंगा राम इंजीनियर लाहौर नूं पटे ते दवा दित्ती।
ਸਰ ਗੰਗਾ ਰਾਮ ਨੇ ਲਿਖਤੀ ਰੂਪ ਪ੍ਰਸ਼ਾਸਨ ਨੂੰ ਕਿਹਾ ਕਿ ਉਸ ਨੂੰ ਪੁਲਿਸ ਦੀ ਕੋਈ ਲੋੜ ਨਹੀਂ ਹੈ। ਜਦੋਂ ਪੁਲਿਸ ਉੱਥੋਂ ਚਲੀ ਗਈ ਤਾਂ ਮੋਰਚਾ ਖਤਮ ਹੋ ਗਿਆ। ਇਸ ਤਰ੍ਹਾਂ ਸਰਕਾਰ ਨੇ ਆਪ ਨੂੰ ਇਸ ਮੋਰਚੇ ਵਿੱਚੋਂ ਛੁਡਵਾਇਆ। 18 ਨਵੰਬਰ 1922 ਈਸਵੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੀਵਾਨ ਵਿੱਚ ਸਰ ਗੰਗਾ ਰਾਮ ਨੇ ਕਿਹਾ ਕਿ ਜ਼ਮੀਨ ਗੁਰਦੁਆਰੇ ਦੀ ਹੈ ਤੇ ਹਮੇਸ਼ਾ ਗੁਰਦੁਆਰੇ ਦੀ ਹੀ ਰਹੇਗੀ। ਮੈਂ ਗੁਰੂ ਘਰ ਦਾ ਤੁੱਛ ਜਿਹਾ ਸੇਵਕ ਹਾਂ ਤੇ ਇਹ ਪਟਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਰਦਾਸ ਕਰਵਾਉਂਦਾ ਹਾਂ। 22 ਅਗਸਤ ਤੋਂ 17 ਨਵੰਬਰ ਤੱਕ ਚੱਲੇ ਮੋਰਚਾ ਗੁਰੂ ਕਾ ਬਾਗ ਦੌਰਾਨ 5605 ਸਿੰਘ ਗ੍ਰਿਫਤਾਰ ਕੀਤੇ ਗਏ। 1500 ਤੋਂ ਜ਼ਿਆਦਾ ਜ਼ਖਮੀ ਹੋਏ। ਦਰਜਨ ਦੇ ਕਰੀਬ ਸਿੰਘਾਂ ਨੇ ਸ਼ਹਾਦਤ ਪਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੋਰਚੇ ਦੌਰਾਨ ਰੁਪਏ, ਪੈਸੇ ਦੀ, ਆਦਮੀਆਂ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਤੋੜ ਨਹੀਂ ਆਈ। 3 ਮਹੀਨੇ ਚੱਲੇ ਇਸ ਮੋਰਚੇ ਦੌਰਾਨ ਸਿੰਘ ਚੜ੍ਹਦੀ ਕਲਾ ਨਾਲ ਗੁਰੂ ਦੇ ਸ਼ੁਕਰ ਵਿੱਚ ਰਹੇ। ਦੁਨੀਆ ਭਰ ਵਿੱਚ ਪੰਥ ਦਾ ਵਕਾਰ ਤੇ ਸਤਿਕਾਰ ਹੋਰ ਵੀ ਵੱਧ ਗਿਆ। ਸਿੰਘਾਂ ਨੇ ਸ਼ਾਂਤਮਈ ਰਹਿੰਦਿਆਂ ਅੰਗਰੇਜ਼ ਸਰਕਾਰ ਵੱਲੋਂ ਕੀਤੇ ਗਏ ਜ਼ਬਰ ਨੂੰ ਸਬਰ ਨਾਲ ਝੱਲਦਿਆਂ ਮੋਰਚਾ ਗੁਰੂ ਕਾ ਬਾਗ ਵਿੱਚ ਫਤਿਹ ਪ੍ਰਾਪਤ ਕੀਤੀ। ਮੋਰਚੇ ਦੌਰਾਨ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਲਾਹੌਰ, ਅਟਕ, ਰਾਵਲਪਿੰਡੀ, ਗੁਜਰਾਤ, ਲਾਇਲਪੁਰ, ਮੁਲਤਾਨ, ਕੈਮਲਪੁਰ, ਝੰਗ, ਮੀਆਂਵਾਲੀ ਆਦਿ ਜੇਲ੍ਹਾਂ ਵਿੱਚ ਕੈਦ ਕੀਤਾ ਗਿਆ। ਜੇਲ੍ਹ ਅੰਦਰ ਵੀ ਸਿੰਘਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਜਾ ਰਹੇ ਸੀ। ਜੇਲ੍ਹ ਦੀ ਸਜ਼ਾ ਤੋਂ ਇਲਾਵਾ ਕਈ ਸਿੰਘਾਂ ਦੀਆਂ ਜ਼ਮੀਨਾਂ ਜਾਂ ਹੋਰ ਵਸਤਾਂ ਦੀ ਕੁਰਕੀ ਵੀ ਅੰਗਰੇਜ਼ ਸਰਕਾਰ ਦੁਆਰਾ ਕੀਤੀ ਗਈ। ਮਾਰਚ 1923 ਈਸਵੀ ਵਿੱਚ ਮੋਰਚਾ ਗੁਰੂ ਕਾ ਬਾਗ ਦੌਰਾਨ ਗ੍ਰਿਫਤਾਰ ਕੈਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦਾ ਮਤਾ ਪਾਸ ਹੋ ਗਿਆ। ਰਿਹਾਈ ਦੌਰਾਨ ਵੀ ਰਾਵਲਪਿੰਡੀ ਦੇ ਸਟੇਸ਼ਨ ਤੇ 450 ਸਿੰਘਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ 5 ਮਈ 1923 ਈਸਵੀ ਦੀ ਸ਼ਾਮ ਜਦੋਂ ਇਹ ਸਿੰਘ ਸ਼੍ਰੀ ਅੰਮ੍ਰਿਤਸਰ ਸਟੇਸ਼ਨ ਤੇ ਉਤਰੇ ਤਾਂ ਉਹਨਾਂ ਵਿੱਚੋਂ 50 ਸਿੰਘ ਤੁਰਨ ਤੋਂ ਵੀ ਅਸਮਰੱਥ ਸਨ। ਉਹਨਾਂ ਨੂੰ ਚੁੱਕ ਕੇ ਉਤਾਰਿਆ ਗਿਆ ਤੇ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ। ਇਸ ਦਿਨ ਵੱਡੀ ਗਿਣਤੀ ਵਿੱਚ ਲੋਕ ਸਿੰਘਾਂ ਦਾ ਸਵਾਗਤ ਕਰਨ ਲਈ ਸਟੇਸ਼ਨ ਤੇ ਪਹੁੰਚੇ ਸੀ। ਸਿੰਘਾਂ ਦੀ ਹਾਲਤ ਦੇਖ ਇਕੱਠੇ ਹੋਏ ਲੋਕਾਂ ਦੀਆਂ ਅੱਖਾਂ ਨਮ ਸਨ, ਪਰ ਸਿੰਘ ਜੈਕਾਰੇ ਗਜਾਉਂਦੇ ਹੋਏ ਹੋਰ ਚੜ੍ਹਦੀ ਕਲਾ ਵਿੱਚ ਆ ਰਹੇ ਸੀ। ਮੋਰਚਾ ਗੁਰੂ ਕਾ ਬਾਗ ਦੇ ਸ਼ਹੀਦ। ਮੋਰਚੇ ਦੌਰਾਨ ਜੇਲ੍ਹ ਵਿੱਚ ਇਲਾਜ ਅਧੀਨ ਅਤੇ ਸਾਕਾ ਸ਼੍ਰੀ ਪੰਜਾ ਸਾਹਿਬ ਵਿਖੇ ਸ਼ਹੀਦ ਹੋਏ ਜਿਨ੍ਹਾਂ ਸਿੰਘਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ, ਉਸ ਅਨੁਸਾਰ ਭਾਈ ਭਗਤ ਸਿੰਘ ਤੇ ਉਸ ਦਾ ਪੁੱਤਰ ਭਾਈ ਤਾਰਾ ਸਿੰਘ ਵਾਸੀ ਤੇੜਾ ਖੁਰਦ ਅੰਮ੍ਰਿਤਸਰ ਪੁਲਿਸ ਦੀ ਮਾਰ ਕੁਟਾਈ ਕਾਰਨ ਸ਼ਹੀਦ ਹੋਏ ਸੀ। ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਸਾਕਾ ਸ਼੍ਰੀ ਪੰਜਾ ਸਾਹਿਬ ਵਿਖੇ ਸ਼ਹੀਦ ਹੋਏ। ਭਾਈ ਹਰੀ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਜੇਲ੍ਹ ਵਿੱਚ ਸ਼ਹੀਦ ਹੁੰਦੇ ਨੇ ਤੇ ਭਾਈ ਪ੍ਰਕਾਸ਼ ਸਿੰਘ ਜੇਲ੍ਹ ਤੋਂ ਰਿਹਾ ਹੋ ਕੇ ਅਗਲੇ ਦਿਨ ਸ਼ਹੀਦੀ ਪਾ ਗਏ। ਭਾਈ ਗੁਰਦਿੱਤ ਸਿੰਘ ਲਾਹੌਰ ਬੋਸਟਲ ਜੇਲ੍ਹ ਵਿੱਚ ਸ਼ਹੀਦ ਹੋ ਗਏ। ਭਾਈ ਜਵਾਲਾ ਸਿੰਘ ਅਤੇ ਭਾਈ ਬਿਸ਼ਨ ਸਿੰਘ ਅਟਕ ਜੇਲ੍ਹ ਵਿੱਚ ਸ਼ਹੀਦ ਹੋਏ। ਭਾਈ ਪ੍ਰਿਥੀਪਾਲ ਸਿੰਘ ਪੁਲਿਸ ਦੀ ਕੁੱਟ ਕਾਰਨ ਲੰਮਾ ਸਮਾਂ ਇਲਾਜ ਅਧੀਨ ਰਹਿੰਦੇ ਹਸਪਤਾਲ ਵਿੱਚ ਸ਼ਹੀਦ ਹੋ ਗਏ। ਮੋਰਚਾ ਗੁਰੂ ਕਾ ਬਾਗ ਦੇ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਯਾਦਗਾਰੀ ਸਥਾਨ ਦੇ ਨਜ਼ਦੀਕ ਪਰਿਕਰਮਾ ਵਿੱਚ ਸੁਸ਼ੋਭਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਰਚਾ ਗੁਰੂ ਕਾ ਬਾਗ ਦੀ ਫਤਿਹਯਾਬੀ ਬਾਅਦ ਜਨਵਰੀ 1925 ਈਸਵੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਹੋਈ ਜਨਰਲ ਇਕੱਤਰਤਾ ਦੌਰਾਨ ਮੋਰਚੇ 'ਚ ਸਹਿਯੋਗ ਪਾਉਣ ਵਾਲੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕੁਝ ਇਸ ਤਰ੍ਹਾਂ ਦੀ ਮਤੇ ਪਾਸ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦਾ ਅਤੀ ਧੰਨਵਾਦ ਕਰਦੀ ਹੈ ਕਿ ਇਸ ਰੰਗੀਲੇ ਦਲ ਨੇ ਪੰਥ ਅਤੇ ਧਰਮ ਦੀ ਖਾਤਰ ਕੁਰਬਾਨੀ ਕਰਨ ਵਾਲਿਆਂ ਨੂੰ ਜਥੇਬੰਦ ਕਰਕੇ ਗੁਰੂ ਕੇ ਬਾਗ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਗਿਆ ਅਨੁਸਾਰ ਕੁਰਬਾਨੀ ਦਾ ਪ੍ਰਵਾਹ ਜਾਰੀ ਰੱਖਿਆ ਤੇ ਸ਼ਾਂਤਮਈ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਅਨੇਕਾਂ ਕਸ਼ਟ ਸਹਾਰ ਕੇ ਪੰਥ ਦੀ ਇੱਜ਼ਤ ਨੂੰ ਵਧਾਇਆ। ਦੂਸਰਾ ਮਤਾ ਕੁਝ ਇਸ ਤਰ੍ਹਾਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜਨਰਲ ਇਕੱਤਰਤਾ ਉਹਨਾਂ ਅਕਾਲੀ ਵੀਰਾਂ ਦੀ ਕੁਰਬਾਨੀ ਨੂੰ ਬੜੀ ਕਦਰ ਤੇ ਮਾਣੀ ਨਾਲ ਨਜ਼ਰ ਨਾਲ ਦੇਖਦੀ ਹੈ ਤੇ ਉਹਨਾਂ ਨੂੰ ਵਧਾਈ ਦਿੰਦੀ ਹੈ ਕਿ ਜੋ ਗੁਰੂ ਕਾ ਬਾਗ ਸੰਬੰਧੀ ਸੇਵਾ ਕਰਦੇ ਹੋਏ ਜੇਲ੍ਹੀਂ ਗਏ, ਜਿਨ੍ਹਾਂ ਪੁਲਿਸ ਅਥੋਂ ਅਸਹਿ ਕਸ਼ਟ ਸਹਾਰੇ ਤੇ ਜਿਨ੍ਹਾਂ ਨੇ ਜੁਰਮਾਨਿਆਂ ਦੀ ਨਹਾਇਤ ਅਯੋਗ ਖੇਚਲ ਸਹਾਰੀ ਤੇ ਸਹਾਰ ਰਹੇ ਨੇ। ਗੁਰੂ ਕੇ ਬਾਗ ਦੀ ਸੇਵਾ ਸੰਬੰਧੀ ਫੱਟੜ ਹੋਏ ਅਕਾਲੀਆਂ ਦੀ
हर प्रकार की सेवा विच जो हिस्सा शहर श्री अमृतसर निवासियों संगत खासकर माइयां बीबियां ने लिया वो खास तौर पर पर कदरयोग है। ये इकत्तरता श्री अमृतसर निवासी संगत का दिलों धन्यवाद करती है। गुरु के बाग जांदिया राह विच जो पिंड आउंदे ने उन्हां पिंडां दी अते गुरु के बाग के कोल पास जो पिंडां दी संगत ने जो सेवा तन मन धन द्वारा सतगुर दी संगतां दी कीती उस लई कमेटी उन्हां दा बहुत बहुत धन्नवाद करती है। जो डॉक्टर भी फट्टड़ अकाली वीरां दे कष्ट की खबर सुन के नठे आए तो कई प्रकार की बेआरामी सहार ਅਤੇ ਸਮੇਂ आदि की कुर्बानी करके जिन्हों ने मल्लम पट्टी आदि की अटुट सेवा की एक कमेटी आप उन्हों का बहुत ऋणी समझती है। किसी आदर्श की खातर वड्डी तो वड्डी कुर्बानी है उसकी खातर अपने आप को सदकी कर देना। सो गुरुद्वारा सुधार की खातर जिन्होंने शहीदा ने गुरु के बाग संबंधी अपने आप को सदके किया ते शहीदियां पाइयां उन्होंने यथायोग इज्जत की खातर गुरु के बाग संबंधी शहीदों के नाम की अरदासिया विच शामिल किए जाने लई एक कमेटी पंथ पास बेनती करती है ते नाल ही प्रवान करती है कि इन्हां शहीदों की कोई यादगार कायम की जाए। जिन्हां हिंदू मुसलमान आदि देशवासी जथियां ने डॉक्टरां वलंटियरां माया मल्लम पट्टी आदि द्वारा अते जिन्हां अखबारां ने लेखां द्वारा गुरु के बाग के सत्याग्रह समेत सिख कौम की सहायता की ते हमदर्दी की ये जनरल इकत्तरता उन्हां दी बहुत धन्नवादी है। एडिशनल सुपरिटेंडेंट ऑफ पुलिस मिस्टर बीटी दसोदा। मिस्टर बीटी यूरोपीय व्यक्ति सी जो मोर्चा गुरु का बाग दौरान श्री अमृतसर विखे एडिशनल सुपरिटेंडेंट ऑफ पुलिस वजों नियुक्त सी। मोर्चे दौरान उसने सिंघां ते जिस तरह का घोर तशद्दद किया उस कारण सिखां विच उस प्रति बड़ा रोष सी। 7 नवंबर 1922 ईस्वी नूं उसनूं तरक्की दे के श्री अमृतसर रावलपिंडी विखे तब्दील किया गया। उस तो बाद महाराजा पटियाला ने मिस्टर बीटी नूं सुपरिटेंडेंट ऑफ पुलिस वजों पटियाला विखे नियुक्त किया। उसने अंबाला जेल विच भी कुछ समा ड्यूटी की। उपरंत वो नवाब मलेरकोटला वल्लों DIG वजों भी नियुक्त किया गया जिथे मलेरकोटला के लोगों वल्लों उसका विरोध किया गया। नौकरी तो फारग होने तो बाद ये जालम अफसर रियासत पटियाला के पिंड चट्ठी सेखवां विखे रहन लगा। इसे पिंड विच ही बब्बर अकालियां सरदार करतार सिंह छीनीवाल कुंडा सिंह गाजियाना बचन सिंह लोहा खेड़ा फजला घुमण वाला भोला सिंह लोहा खेड़ा आदि ने पिंड के वासी काका सिंह नूं नाल गंढ के मोर्चा गुरु का बाग दौरान सिखां ते जुल्म ढाउण वाली जालम बीटी नूं उसकी करनी का फल दिता। इस किताब मोर्चा गुरु का बाग जिहड़ी कि धर्म प्रचार कमेटी श्रोमणी गुरुद्वारा प्रबंधक कमेटी वालों प्रकाशित की गई है। इस विशेष मौके पर असी मोर्चा गुरु का बाग के तमाम शहीदां संघर्षशील योद्धियां नूं कोटान कोट प्रणाम करते हैं।